हाँ जी राजे ਆਪਾਂ ਫਿਨਿਸ਼ ਕਰਦੇ ਹਾਂ ਜਿਹੜਾ ਚੈਪਟਰ ਸਟਾਰਟ ਕੀਤਾ ਹੋਇਆ ਮਾਰਕੀਟ ਸੈਗਮੈਂਟੇਸ਼ਨ ਦਾ। ਠੀਕ ਹੈ, ਇਹਦਾ ਕੁਝ ਕੁ ਪਾਰਟ ਰਹਿ ਗਿਆ ਸੀਗਾ ਮਾਰਕੀਟ ਸੈਗਮੈਂਟੇਸ਼ਨ ਦਾ, ਲਾਈਕ ਫੈਕਟਰਸ ਅਫੈਕਟਿੰਗ ਮਾਰਕੀਟ ਸੈਗਮੈਂਟੇਸ਼ਨ। ਠੀਕ ਹੈ, ਤਾਂ ਹੁਣ ਉਹ ਆਪਾਂ ਕੰਪਲੀਟ ਕਰਦੇ ਹਾਂ। ਦੇਖੋ ਇਹਦੇ 5-6 ਫੈਕਟਰਸ ਹੈ ਮੇਜਰਲੀ, ਜਿਵੇਂ ਤੁਹਾਨੂੰ ਇੱਥੇ ਦਿਖ ਰਿਹਾ ਹੋਊਗਾ। ਠੀਕ ਹੈ, 6 ਕੋਈ ਪੁਆਇੰਟਸ ਹੈ। ਠੀਕ ਹੈ, ਤਾਂ ਇਹ ਫੈਕਟਰਸ ਕਿੰਨੇ ਦਿੱਤੇ ਸੀਗੇ, ਕੋਈ ਪ੍ਰੋਫੈਸਰ ਵਿਲੀਅਮ ਕੋਟਾਬਰਾ ਸਮਥਿੰਗ ਸੀਗਾ। ਠੀਕ ਹੈ, ਉਹਨੇ ਦਿੱਤੇ ਸੀਗੇ। ਸੋ ਕੀ ਕਹਿੰਦਾ ਸੀਗਾ ਕਿ ਜਿਹੜੀ ਮਾਰਕੀਟ ਸੈਗਮੈਂਟੇਸ਼ਨ ਹੈ, ਠੀਕ ਹੈ, ਉਹ ਕਿਹੜੇ ਫੈਕਟਰਸ ਨਾਲ ਕਿਹੜੇ ਫੈਕਟਰਸ ਤੋਂ ਇਫੈਕਟ ਹੁੰਦੀ ਹੈ, ਜਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਨਕਲੂਡ ਕੀਤੀਆਂ ਜਾਂਦੀਆਂ। ਠੀਕ ਹੈ, ਇਹ ਸਾਰੇ ਪੁਆਇੰਟਸ ਆਪਾਂ ਕਿਹਦੇ ਵਿੱਚ ਸਟੱਡੀ ਕਰਦੇ ਹਾਂ, ਫੈਕਟਰਸ ਆਫ ਮਾਰਕੀਟ ਸੈਗਮੈਂਟੇਸ਼ਨ ਵਿੱਚ। ਠੀਕ ਹੈ, ਇਹਦੇ ਵਿੱਚ ਪਹਿਲਾ ਫੈਕਟਰ ਆ ਜਾਂਦਾ ਰਾਜੇ ਕਿ ਕੰਪਨੀ ਰਿਸੋਰਸਿਸ। ਠੀਕ ਹੈ, ਕਿ ਕੰਪਨੀ ਕੋਲ ਕਿੰਨਾ ਕੁ ਫਾਈਨੈਂਸ ਹੈ, ਕਿੰਨੀ ਕੁ ਮੈਨ ਪਾਵਰ ਹੈ, ਉਹਦੀ ਕਿੰਨੀ ਕੁ ਕਪੈਸਿਟੀ ਹੈ। ਕਿ ਹੁਣ ਦੇਖੋ ਮਾਰਕੀਟ ਸੈਗਮੈਂਟੇਸ਼ਨ 'ਚ ਆਪਾਂ ਕੀ ਪੜ੍ਹਿਆ ਕਿ ਮਾਰਕੀਟ ਨੂੰ ਛੋਟੇ ਛੋਟੇ ਪਾਰਟਸ 'ਚ ਡਿਵਾਈਡ ਕਰ ਦੇਣਾ ਔਨ ਦ ਬੇਸਿਸ ਆਫ ਰਿਕੁਆਇਰਮੈਂਟ। ਠੀਕ ਹੈ, ਹੁਣ ਜੇ ਹਰ ਸੈਗਮੈਂਟ ਦੀ ਅੱਡ ਰਿਕੁਆਇਰਮੈਂਟ ਹੈ ਤਾਂ ਉਹਦੇ ਲਈ ਪ੍ਰੋਡਕਟ ਵੀ ਅੱਡ ਬਣਾਉਣਾ ਪਏਗਾ, ਹੈ ਨਾ, ਅਤੇ ਉਹਨੂੰ ਮੈਨੇਜ ਅੱਡ ਕਰਨਾ ਪਏਗਾ, ਉਹਦੀ ਅੱਡ ਤੋਂ ਐਡਵਰਟਾਈਜ਼ਮੈਂਟ ਕਰਨੀ ਪਏਗੀ। ਉਹ ਇਹ ਸਭ ਕਰਨ ਲਈ ਕੀ ਚਾਹੀਦਾ, ਰਿਸੋਰਸਿਸ ਚਾਹੀਦੇ ਨੇ, ਹੈ ਨਾ। ਜੇ ਹੁਣ ਕੰਪਨੀ ਕੋਲ ਰਿਸੋਰਸ ਥੋੜ੍ਹੇ ਨੇ, ਫਿਰ ਕੰਪਨੀ ਕੀ ਕਰੇਗੀ, ਜ਼ਿਆਦਾ ਮਾਰਕੀਟ ਸੈਗਮੈਂਟਸ 'ਚ ਜਾਣਾ ਅਫੋਰਡ ਨਹੀਂ ਕਰ ਸਕਦੀ। ਪਰ ਜੇ ਕੰਪਨੀ ਕੋਲ ਰਿਸੋਰਸਿਸ ਜ਼ਿਆਦਾ ਨੇ, ਫਿਰ ਉਹ ਜ਼ਿਆਦਾ ਮਾਰਕੀਟ ਸੈਗਮੈਂਟਸ ਨੂੰ ਸੈਟਿਸਫਾਈ ਕਰ ਸਕਦੀ ਹੈ ਉਹ ਪ੍ਰੋਡਕਟ ਬਣਾ ਕੇ। ਠੀਕ ਹੈ, ਹੁਣ ਜਿਹੜੀਆਂ ਛੋਟੀਆਂ ਕੰਪਨੀਆਂ ਹੁੰਦੀਆਂ ਨੇ, ਠੀਕ ਹੈ, ਉਹਨਾਂ ਦੇ ਜਿਹੜੇ ਮਾਰਕੀਟ ਸੈਗਮੈਂਟ ਹੁੰਦੇ ਨੇ ਉਹ ਥੋੜ੍ਹੇ ਹੁੰਦੇ ਨੇ। ਠੀਕ ਹੈ, ਕਿਉਂਕਿ ਉਹਨਾਂ ਕੋਲ ਰਿਸੋਰਸਿਸ ਘੱਟ ਹੁੰਦੇ ਨੇ। ਹੁਣ ਜੇ ਉਹੀ ਕੋਈ ਮਲਟੀਨੈਸ਼ਨਲ ਕਾਰਪੋਰੇਸ਼ਨ ਹੈ, ਠੀਕ ਹੈ, ਤਾਂ ਉੱਥੇ ਜੇ ਤੁਸੀਂ ਜਾਓਗੇ ਤਾਂ ਉਹਨਾਂ ਦੇ ਜਿਹੜੇ ਮਾਰਕੀਟ ਸੈਗਮੈਂਟਸ ਹੁੰਦੇ ਨੇ ਉਹ ਜ਼ਿਆਦਾ ਹੁੰਦੇ ਨੇ। ਰੀਜ਼ਨ ਬੀਇੰਗ ਕਿ ਉਹਨਾਂ ਕੋਲ ਰਿਸੋਰਸਿਸ ਜ਼ਿਆਦਾ ਹੁੰਦੇ ਆ। ਠੀਕ ਹੈ, ਨੈਕਸਟ ਦੇਖੋ ਰਾਜੇ, ਪ੍ਰੋਡਕਟ ਹੋਮੋਜੈਨਿਟੀ। ਪ੍ਰੋਡਕਟ ਹੋਮੋਜੈਨਿਟੀ 'ਚ ਆ ਜਾਂਦਾ ਰਾਜੇ ਕਿ ਕੁਛ ਕੁ ਪ੍ਰੋਡਕਟ ਇਹੋ ਜਿਹੇ ਹੁੰਦੇ ਨੇ ਰਾਜੇ ਜਿਨ੍ਹਾਂ 'ਚ ਨਾ ਮਾਰਕੀਟ ਸੈਗਮੈਂਟੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਜਿਵੇਂ ਨਮਕ ਹੋ ਗਿਆ, ਫਰੂਟਸ ਹੋ ਗਏ, ਸਟੀਲ ਹੋ ਗਿਆ, ਤੇਲ ਹੋ ਗਿਆ। ਠੀਕ ਹੈ, ਹੁਣ ਇਹਨਾਂ ਵਿੱਚ ਮਾਰਕੀਟ ਸੈਗਮੈਂਟੇਸ਼ਨ ਕਰਕੇ ਕੀ ਲੈਣਾ, ਨਮਕ ਤਾਂ ਨਮਕ ਹੈ ਨਾ। ਠੀਕ ਹੈ, ਜਿਹੋ ਜਿਹਾ ਵੀ ਇਹ ਸਬਜ਼ੀ 'ਚ ਪਊਗਾ, ਸਟੀਲ ਵੀ ਸਟੀਲ ਹੈ ਨਾ, ਸੇਮ ਤੇਲ ਵੀ ਤੇਲ ਹੀ ਆ। ਉਹਦੇ ਵਿੱਚ ਆਪਾਂ ਮਾਰਕੀਟ ਸੈਗਮੈਂਟੇਸ਼ਨ ਕੀ ਕਰ ਲਾਂਗੇ, ਵੱਧ ਤੋਂ ਵੱਧ ਇਹੀ ਹੋ ਜਾਊਗਾ ਕਿ ਹਾਂ ਮਾਰਕੀਟ ਪੈਟਰੋਲ ਦੀ ਹੋਰ ਹੋ ਜੂਗੀ, ਡੀਜ਼ਲ ਦੀ ਹੋਰ ਹੋ ਜੂਗੀ, ਹੈ ਨਾ। ਪਰ ਉਸ ਤੋਂ ਬਿਨਾਂ ਤਾਂ ਹੋਰ ਐਸਾ ਕੁਛ ਡਿਫਰੈਂਸੀਏਸ਼ਨ ਨਹੀਂ ਹੈ, ਨਾ ਹੀ ਕਸਟਮਰ ਦੀ ਕੋਈ ਸਪੈਸ਼ਲ ਰਿਕੁਆਇਰਮੈਂਟ ਹੁੰਦੀ ਹੈ ਨਾ। ਬਟ ਉਹਦੇ ਵਿੱਚ ਕੀ ਆਪਾਂ ਨੂੰ ਸੈਗਮੈਂਟੇਸ਼ਨ ਬਣਾਉਣ ਦੀ ਲੋੜ ਨਹੀਂ ਪੈਂਦੀ। ਸਾਰੀ ਮਾਰਕੀਟ ਨੂੰ ਆਪਾਂ ਐਜ਼ ਅ ਸਿੰਗਲ ਮਾਰਕੀਟ ਟਰੀਟ ਕਰਕੇ ਸੇਮ ਪ੍ਰੋਡਕਟ ਸਪਲਾਈ ਕਰ ਸਕਦੇ ਹਾਂ। ਠੀਕ ਹੈ, ਬਟ ਕੁਛ ਕੁ ਇਹੋ ਜਿਹੇ ਹੁੰਦੇ ਨੇ ਰਾਜੇ ਸੈਗਮੈਂਟਸ ਜਾਂ ਪ੍ਰੋਡਕਟ ਐਂਡ ਸਰਵਿਸਿਜ਼ ਜਿੱਥੇ ਸੈਗਮੈਂਟੇਸ਼ਨ ਕਰਨੀ ਪੈਂਦੀ ਹੈ। ਠੀਕ ਹੈ, ਦੇਖੋ ਜਿਵੇਂ ਇਹਨਾਂ ਨੇ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਕੈਮਰਾ ਦੀ, ਸਾਊਂਡ ਗੈਜਟਸ ਦੀ, ਆਟੋਮੋਬਾਈਲਸ ਦੀ। ਠੀਕ ਹੈ, ਇਹਦੇ ਵਿੱਚ ਕਸਟਮਰ ਦੀ ਅਲੱਗ-ਅਲੱਗ ਡਿਮਾਂਡਸ ਹੁੰਦੀਆਂ। ਕਿਸੇ ਨੂੰ ਹਾਈ ਕੁਆਲਿਟੀ ਦਾ ਪ੍ਰੋਡਕਟ ਚਾਹੀਦਾ, ਠੀਕ ਹੈ, ਕਿਸੇ ਨੂੰ ਕੀ ਹੈ ਪ੍ਰੋਡਕਟ ਚਾਹੀਦਾ ਬਟ ਉਹਦਾ ਪ੍ਰਾਈਸ ਲੋ ਹੋਣਾ ਚਾਹੀਦਾ। ਸੋ ਇਹੋ ਜਿਹੀਆਂ ਜਿਹੜੇ ਪ੍ਰੋਡਕਟ ਵਿੱਚ ਜੇ ਕੰਪਨੀ ਡੀਲ ਕਰਦੀ ਹੈ ਤਾਂ ਦੇਅਰ ਆਰ ਹਾਈ ਚਾਂਸਿਸ ਕਿ ਉਹਨੂੰ ਮਾਰਕੀਟ ਸੈਗਮੈਂਟੇਸ਼ਨ ਕਰਨਾ ਪਏਗਾ ਅਤੇ ਉਹ ਸੈਗਮੈਂਟੇਸ਼ਨ ਦੇ ਹਿਸਾਬ ਨਾਲ ਡਿਫਰੈਂਟ ਪ੍ਰੋਡਕਟਸ ਬਣਾਉਣੇ ਪੈਣਗੇ। ਠੀਕ ਹੈ, ਨੈਕਸਟ ਦੇਖੋ ਰਾਜੇ, ਪ੍ਰੋਡਕਟ ਲਾਈਫ ਸਾਈਕਲ ਸਟੇਜ। ਪ੍ਰੋਡਕਟ ਲਾਈਫ ਸਾਈਕਲ ਤੁਹਾਨੂੰ ਪਤਾ ਹੀ ਹੋਊਗਾ ਨਾ, PLC, ਕਿ ਪਹਿਲਾਂ ਪ੍ਰੋਸਪੈਰਿਟੀ ਆਉਂਦੀ ਹੈ, ਫਿਰ ਡਿਪਰੈਸ਼ਨ ਆਉਂਦਾ ਹੈ, ਦੈਨ ਰਿਸੈਸ਼ਨ ਆਉਂਦਾ, ਫਿਰ ਉਸ ਤੋਂ ਬਾਅਦ ਰਿਕਵਰੀ ਹੁੰਦੀ ਹੈ ਨਾ। ਹੁਣ ਜਦੋਂ ਤਾਂ ਮਾਰਕੀਟ ਨਾ ਮੈਂ ਬੰਦ ਕਰ ਦੇ, ਜਦੋਂ ਤਾਂ ਮਾਰਕੀਟ ਉਹਦੇ ਵਿੱਚ ਹੁੰਦੀ ਹੈ, ਪ੍ਰੋਸਪੈਰਿਟੀ 'ਚ ਹੁੰਦੀ ਹੈ ਨਾ, ਉਹਦੀਆਂ ਸੇਲਸ ਜ਼ਿਆਦਾ ਹੁੰਦੀਆਂ, ਉਹਨੂੰ ਪ੍ਰੋਫਿਟ ਜ਼ਿਆਦਾ ਹੁੰਦਾ, ਉਦੋਂ ਤਾਂ ਠੀਕ ਹੈ। ਬਟ ਜਿਵੇਂ ਜਿਵੇਂ ਪ੍ਰੋਡਕਟ ਪੁਰਾਣਾ ਹੋਣਾ ਸ਼ੁਰੂ ਹੋ ਜਾਂਦਾ ਹੈ, ਕਸਟਮਰ 'ਚ ਉਹਦਾ ਕਰੇਜ਼ ਘੱਟਦਾ ਜਾਂਦਾ। ਸੋ ਉਹ ਪ੍ਰੋਡਕਟ ਦਾ ਸਾਈਕਲ ਫਿਰ ਕਿਹੜਾ ਸਟਾਰਟ ਹੋਣ ਲੱਗ ਜਾਂਦਾ, ਡਿਪਰੈਸ਼ਨ। ਠੀਕ ਹੈ, ਇਸ ਕੰਡੀਸ਼ਨ ਵਿੱਚ ਕੰਪਨੀ ਨੂੰ ਜਾਂ ਤਾਂ ਪ੍ਰੋਡਕਟ 'ਚ ਕੁਛ ਨਵੇਂ ਚੇਂਜਿਸ ਕਰਨੇ ਪੈਂਦੇ ਨੇ, ਜਾਂ ਫਿਰ ਪ੍ਰੋਡਕਟ ਦਾ ਜਿਹੜਾ ਏਰੀਆ ਉਹਨੂੰ ਐਕਸਪੈਂਡ ਕਰਨਾ ਪੈਂਦਾ, ਇਹੋ ਜਿਹੇ ਕਸਟਮਰਸ ਤੱਕ ਪਹੁੰਚਾਉਣਾ ਪੈਂਦਾ ਜਿਨ੍ਹਾਂ ਨੇ ਹਜੇ ਤੱਕ ਉਹ ਪ੍ਰੋਡਕਟ ਯੂਜ਼ ਕਰਨਾ ਸ਼ੁਰੂ ਨਹੀਂ ਕੀਤਾ, ਤਾਂ ਕਿ ਕੰਪਨੀ ਦੀ ਜਿਹੜੀ
ਸੇਲ ਹੈ ਉਹ ਮੇਨਟੇਨ ਰਵੇ ਜਾਂ ਇਨਕਰੀਜ਼ ਹੁੰਦੀ ਰਵੇ, ਠੀਕ ਹੈ। ਜੇ ਇਹੋ ਜਿਹਾ ਉਹਨਾਂ ਨੇ ਕੋਈ ਐਫਰਟ ਨਾ ਕੀਤੇ ਫਿਰ ਚਾਂਸ ਹੁੰਦੇ ਆ ਕਿ ਉਹ ਰਿਸੈਸ਼ਨ ਵਿੱਚ ਐਂਟਰ ਹੋ ਜਾਵੇ, ਹੈ ਨਾ। ਸੋ ਪ੍ਰੋਡਕਟ ਦਾ ਲਾਈਫ ਸਾਈਕਲ ਕਿਹੜੀ ਸਟੇਜ 'ਤੇ ਹੈ, ਠੀਕ ਹੈ, ਇਹਦੇ 'ਤੇ ਵੀ ਮਾਰਕੀਟ ਸੈਗਮੈਂਟੇਸ਼ਨ ਡਿਪੈਂਡ ਕਰਦੀ ਹੈ, ਠੀਕ ਹੈ। ਨੈਕਸਟ ਦੇਖੋ ਰਾਜੇ, ਦ ਮਾਰਕੀਟ ਹੋਮੋਜੈਨਿਟੀ। ਪਹਿਲਾਂ ਦੇਖੋ ਆਪਾਂ ਪੁਆਇੰਟ ਕੀਤਾ ਨਾ ਪ੍ਰੋਡਕਟ ਹੋਮੋਜੈਨਿਟੀ, ਹੁਣ ਇੱਥੇ ਵਿੱਚ ਕਿਹਨੂੰ ਕਿਹੜੀ ਹੋਮੋਜੈਨਿਟੀ 'ਤੇ ਟਾਰਗੇਟ ਹੈ, ਮਾਰਕੀਟ ਦੀ 'ਤੇ, ਕਿ ਮਾਰਕੀਟ ਵਿੱਚ ਜਿਹੜੇ ਕਸਟਮਰਸ ਨੇ, ਠੀਕ ਹੈ, ਉਹਨਾਂ ਦੀਆਂ ਜਿਹੜੀਆਂ ਨੀਡਸ ਨੇ, ਪ੍ਰੈਫਰੈਂਸਿਸ ਨੇ, ਟੇਸਟ ਹੈ, ਠੀਕ ਹੈ, ਉਹ ਇੱਕੋ ਜਿਹੇ ਕਿ ਅਲੱਗ-ਅਲੱਗ ਹੈ ਨਾ। ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੀ ਜਿਹੜੇ ਨੀਡਸ ਹੈ, ਪ੍ਰੈਫਰੈਂਸਿਸ ਆ, ਉਹ ਜ਼ਿਆਦਾਤਰ ਸੇਮ ਨੇ, ਕਿਉਂਕਿ ਜ਼ਿਆਦਾਤਰ ਕਲਾਸ ਕਿਹੜੀ ਹੈ, ਮਿਡਲ ਲੈਵਲ ਵਾਲੀ ਕਲਾਸ ਹੈ ਨਾ। ਉਹੀ ਜੇ ਆਪਾਂ ਇੰਡੀਆ ਦੀ ਮਾਰਕੀਟ ਨੂੰ ਕੰਪੇਅਰ ਕਰੀਏ USA ਦੀ ਮਾਰਕੀਟ ਨਾਲ, ਠੀਕ ਹੈ, ਤਾਂ ਉੱਥੋਂ ਦੇ ਲੋਕਾਂ ਦੀਆਂ ਡਿਮਾਂਡਸ ਡਿਫਰੈਂਟ ਨੇ ਇੰਡੀਅਨ ਦੀਆਂ ਡਿਮਾਂਡਸ ਨਾਲੋਂ। ਸੋ ਜੇ ਇੱਕ ਮਾਰਕੀਟ ਵਿੱਚ ਕਸਟਮਰਸ ਦੀ ਜ਼ਿਆਦਾਤਰ ਡਿਮਾਂਡ ਸੇਮ ਹੈ, ਠੀਕ ਹੈ, ਤਾਂ ਉੱਥੇ ਵੀ ਆਪਾਂ ਨੂੰ ਸੈਗਮੈਂਟੇਸ਼ਨ 'ਚ ਪੈਣ ਦੀ ਲੋੜ ਨਹੀਂ, ਉਹਨਾਂ ਨੂੰ ਸਿੰਗਲ ਪ੍ਰੋਡਕਟ ਨਾਲ ਸੈਟਿਸਫਾਈ ਕੀਤਾ ਜਾ ਸਕਦਾ। ਜੇ ਕੋਈ ਇਹੋ ਜਿਹੀ ਕੰਟਰੀ ਹੋਵੇ ਜਿਵੇਂ ਕੈਨੇਡਾ, ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹੋਣ, ਠੀਕ ਹੈ, ਇੰਡੀਅਨਸ ਵੀ ਨੇ ਉੱਥੇ, ਆਸਟ੍ਰੇਲੀਅਨਸ ਵੀ ਰਹਿੰਦੇ ਨੇ, ਚਾਈਨੀਜ਼ ਵੀ ਰਹਿੰਦੇ ਨੇ, ਇੰਡੋਨੇਸ਼ੀਅਨਸ ਵੀ ਨੇ, ਠੀਕ ਹੈ, ਅਲੱਗ-ਅਲੱਗ ਕਮਿਊਨਿਟੀ ਤੋਂ ਲੋਕ ਆ ਕੇ ਵਸੇ ਹੋਏ ਨੇ ਕੈਨੇਡਾ ਵਿੱਚ। ਹੁਣ ਉੱਥੋਂ ਦੀ ਮਾਰਕੀਟ ਕਿਹੋ ਜਿਹੀ ਹੋਊਗੀ, ਹਿਟਰੋਜੀਨੀਅਸ ਹੋਊਗੀ, ਉੱਥੋਂ ਦੇ ਲੋਕਾਂ ਦੀਆਂ ਡਿਫਰੈਂਟ ਨੀਡਸ, ਡਿਫਰੈਂਟ ਪ੍ਰੈਫਰੈਂਸਿਸ ਹੋਣਗੀਆਂ, ਉੱਥੇ ਮਾਰਕੀਟ ਸੈਗਮੈਂਟੇਸ਼ਨ ਜ਼ਿਆਦਾ ਕਰਨੀ ਪੈਣੀ ਹੈ, ਠੀਕ ਹੈ। ਸੋ ਮਾਰਕੀਟ ਸੈਗਮੈਂਟੇਸ਼ਨ ਜ਼ਿਆਦਾ ਕਰਨੀ ਪਊਗੀ, ਮਤਲਬ ਪ੍ਰੋਡਕਟ ਵੀ ਜ਼ਿਆਦਾ ਬਣਾਉਣਾ ਪਊਗਾ, ਠੀਕ ਹੈ। ਨੈਕਸਟ ਦੇਖੋ, ਦ ਕੰਪੀਟੀਟਰਸ ਮਾਰਕੀਟ ਸਟ੍ਰੈਟਜੀ, ਕਿ ਕੰਪੀਟੀਟਰ ਦੀ ਮਾਰਕੀਟ ਸਟ੍ਰੈਟਜੀ ਕਿਹੜੀ ਹੈ, ਕਿ ਉਹ ਸੈਗਮੈਂਟੇਸ਼ਨ 'ਤੇ ਬੇਸ 'ਤੇ ਡਿਵਾਈਡ ਕਰਦਾ ਕਿ ਸਿੰਗਲ ਮਾਰਕੀਟ ਦੇ ਬੇਸ 'ਤੇ ਸਰਵ ਕਰਦਾ, ਠੀਕ ਹੈ। ਜੇ ਤਾਂ ਕਸਟਮਰ ਨੇ ਸੈਗਮੈਂਟ ਬਣਾਏ ਹੋਏ ਨੇ ਅਤੇ ਉਹਨਾਂ ਦੇ ਹਿਸਾਬ ਨਾਲ, ਹਰ ਇੱਕ ਦੇ ਹਿਸਾਬ ਨਾਲ ਅਲੱਗ-ਅਲੱਗ ਪ੍ਰੋਡਕਟ ਬਣਾਇਆ ਹੋਇਆ, ਠੀਕ ਹੈ, ਫਿਰ ਉਹ ਕੰਪੀਟੀਟਰ ਨਾਲ ਕੰਪੀਟੀਸ਼ਨ ਕਰਨਾ ਬਹੁਤ ਡਿਫੀਕਲਟ ਹੋ ਜਾਏਗਾ, ਕਿਉਂਕਿ ਉਹ ਅਲੱਗ-ਅਲੱਗ ਕਸਟਮਰਸ ਦੀਆਂ ਨੀਡਸ ਸੈਟਿਸਫਾਈ ਕਰ ਰਹੇ ਡਿਫਰੈਂਟ ਪ੍ਰੋਡਕਟਸ ਬਣਾ ਕੇ, ਹੈ ਨਾ। ਅਤੇ ਫਿਰ ਆਪਾਂ ਨੂੰ ਵੀ ਕੀ ਕਰਨਾ ਪਏਗਾ, ਜਿਹੜੀ ਉਹਦੇ ਕੰਪੀਟੀਟਰਸ ਨੇ ਉਹਨੂੰ ਵੀ ਸੈਗਮੈਂਟੇਸ਼ਨ ਬਣਾ ਕੇ ਡਿਫਰੈਂਟ ਪ੍ਰੋਡਕਟ ਅਵੇਲੇਬਲ ਕਰਵਾਉਣੇ ਪੈਣਗੇ, ਠੀਕ ਹੈ। ਜੇ ਇਹੋ ਜਿਹੀ ਚੀਜ਼ ਉਹ ਨਹੀਂ ਕਰਦੇ ਤਾਂ ਫਿਰ ਉਹ ਕੰਪੀਟੀਟਰ ਤੋਂ ਆਪਣੇ ਕਸਟਮਰਸ ਲੂਜ਼ ਕਰ ਸਕਦੇ ਆ, ਠੀਕ ਹੈ। ਨੈਕਸਟ ਦੇਖੋ ਰਾਜੇ, ਨੈਕਸਟ ਹੈ ਇਹਦੇ ਵਿੱਚ ਦ ਪੋਲਿਸੀ ਆਫ ਗਵਰਨਮੈਂਟ, ਕਿ ਗਵਰਨਮੈਂਟ ਦੀਆਂ ਕਿਹੋ ਜਿਹੀਆਂ ਪੋਲਿਸੀਜ਼ ਨੇ। ਕੁਛ ਕੁ ਪ੍ਰੋਡਕਟ ਇਹੋ ਜਿਹੇ ਹੁੰਦੇ ਨੇ ਰਾਜੇ ਜਿੱਥੇ ਗਵਰਨਮੈਂਟ ਇੰਟਰਫੇਅਰ ਨਹੀਂ ਕਰਨ ਦਿੰਦੀ, ਉਹ ਕੀ ਕਹਿੰਦੀ ਹੈ ਵੀ ਜਿਹੋ ਜਿਹੀ ਉਹਨੇ ਪੋਲਿਸੀਜ਼ ਬਣਾਤੀਆਂ ਉਹੋ ਜਿਹੀ ਹੀ ਚੀਜ਼ ਵਿਕੇਗੀ, ਠੀਕ ਹੈ। ਜਿਵੇਂ ਤੇਲ ਦਾ ਰੇਟ ਫਿਕਸ ਹੈ, ਠੀਕ ਹੈ, ਗਵਰਨਮੈਂਟ ਵੱਲੋਂ ਫਿਕਸ ਹੁੰਦਾ ਨਾ, ਤਾਂ ਉੱਥੇ ਕੀ ਹੈ ਕਿ ਜਿਨ੍ਹਾਂ ਨੇ ਵੀ, ਜਿਹੜੀਆਂ ਕੰਪਨੀਜ਼ ਵੀ ਤੇਲ ਵਿੱਚ ਡੀਲ ਕਰਦੀਆਂ, ਫਿਰ ਭਾਵੇਂ IOCL ਹੋਵੇ, BPCL ਹੋਵੇ ਜਾਂ ਰਿਲਾਇੰਸ ਹੋਵੇ, ਠੀਕ ਹੈ, ਉਹਨਾਂ ਨੂੰ ਪ੍ਰਾਈਸ ਕਿਹਦੇ ਅਕੋਰਡਿੰਗ ਹੀ ਸੈੱਟ ਕਰਨਾ ਪਏਗਾ, ਜਿਹੜਾ ਗਵਰਨਮੈਂਟ ਨੇ ਸੈੱਟ ਕੀਤਾ, ਠੀਕ ਹੈ। ਉਹ ਆਪਣੇ ਅਕੋਰਡਿੰਗਲੀ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਕਰ ਸਕਦੇ, ਠੀਕ ਹੈ। ਸੋ ਜੇ ਕਿਸੇ ਮਾਰਕੀਟ ਵਿੱਚ ਜਾਂ ਜੇ ਕਿਸੇ ਪ੍ਰੋਡਕਟ ਵਿੱਚ ਗਵਰਨਮੈਂਟ ਦੀਆਂ ਪੋਲਿਸੀਜ਼ ਐਂਡ ਪਲੈਨਸ ਐਕਟਿਵ ਨੇ, ਠੀਕ ਹੈ, ਗਵਰਨਮੈਂਟ ਡਿਸਾਈਡ ਕਰਦੀ ਹੈ ਉਹਨਾਂ ਨੂੰ, ਤਾਂ ਉੱਥੇ ਜਿਹੜੀ ਕੰਪਨੀਜ਼ ਨੇ ਉਹਨਾਂ ਦਾ ਕੋਈ ਰੋਲ ਪਲੇ ਨਹੀਂ ਹੁੰਦਾ, ਠੀਕ ਹੈ। ਉਹਨਾਂ ਨੂੰ ਕਿਹਦੇ ਅਕੋਰਡਿੰਗ ਚੱਲਣਾ ਪੈਂਦਾ, ਜੋ ਗਵਰਨਮੈਂਟ ਨੇ ਡਿਸਾਈਡ ਕਰਤਾ ਉਹਦੇ ਅਕੋਰਡਿੰਗ, ਠੀਕ ਹੈ। ਸੋ ਰਾਜੇ ਇਹ ਸੀਗੇ ਫੈਕਟਰਸ ਜਿਹੜੇ ਕਿ ਮਾਰਕੀਟ ਸੈਗਮੈਂਟੇਸ਼ਨ ਦੇ ਬੇਸ ਨੂੰ ਡਿਸਾਈਡ ਕਰਦੇ ਆ, ਠੀਕ ਹੈ। ਨੈਕਸਟ ਰਾਜੇ ਦੇ ਵਿੱਚ ਟੌਪਿਕ ਆਉਂਦਾ ਸੈਗਮੈਂਟੇਸ਼ਨ 'ਚ, ਦੋ ਟੌਪਿਕ ਆਉਂਦੇ ਆ ਛੋਟੇ ਛੋਟੇ, ਇੱਕ ਹੈਗਾ ਟਾਰਗੇਟ ਮਾਰਕੀਟਿੰਗ, ਇੱਕ ਆਉਂਦਾ ਪ੍ਰੋਡਕਟ ਪੋਜੀਸ਼ਨਿੰਗ, ਠੀਕ ਹੈ। ਪਹਿਲਾਂ ਹੁਣ ਆਪਾਂ ਕਰਦੇ ਹਾਂ ਟਾਰਗੇਟ ਮਾਰਕੀਟਿੰਗ, ਠੀਕ ਹੈ। ਇੱਕ ਵਾਰੀ ਟਾਰਗੇਟ ਮਾਰਕੀਟਿੰਗ ਕਰ ਲੈਂਦੇ ਹਾਂ, ਫਿਰ ਪ੍ਰੋਡਕਟ ਪੋਜੀਸ਼ਨਿੰਗ ਦੇਖ ਲਾਂਗੇ। ਜੇ ਲੈਕਚਰ ਨਾ ਜ਼ਿਆਦਾ ਲੰਬਾ ਹੋਇਆ ਫਿਰ ਅੱਜ ਹੀ ਕਰ ਲਾਂਗੇ, ਜੇ ਲੈਕਚਰ ਦੀ ਲੈਂਥ ਜ਼ਿਆਦਾ ਹੁੰਦੀ ਹੋਈ ਫਿਰ ਕੱਲ੍ਹ ਨੂੰ ਕਰ ਲਾਂਗੇ, ਠੀਕ ਹੈ। ਟਾਰਗੇਟ ਮਾਰਕੀਟਿੰਗ, ਇਹਦੇ ਵਿੱਚ ਦੇਖੋ ਰਾਜੇ ਕੀ ਹੈ ਕਿ ਇੱਕ ਤਾਂ ਹੈਗਾ ਮਾਰਕੀਟ ਸੈਗਮੈਂਟੇਸ਼ਨ, ਠੀਕ ਹੈ।
ਮਾਰਕੀਟ ਸੈਗਮੈਂਟੇਸ਼ਨ ਜਦੋਂ ਆਪਾਂ ਕਰ ਲਈ ਰਾਜੇ, ਹੁਣ ਮਾਰਕੀਟ ਸੈਗਮੈਂਟੇਸ਼ਨ 'ਚ ਜਿਹੜੀ ਕੰਪਨੀ ਆ ਉਹ ਕੀ ਡਿਸਾਈਡ ਕਰਦੀ ਹੈ ਕਿ ਕਸਟਮਰਸ ਦੀਆਂ ਰਿਕੁਆਇਰਮੈਂਟ ਕੀ ਨੇ, ਠੀਕ ਹੈ। ਜੇ ਉਹ ਰਿਕੁਆਇਰਮੈਂਟ ਡਿਫਰੈਂਟ ਨੇ ਤਾਂ ਉਹਨਾਂ ਨੂੰ ਡਿਫਰੈਂਟ ਸੈਗਮੈਂਟਸ 'ਚ ਰੱਖਦੀ ਹੈ, ਠੀਕ ਹੈ, ਡਿਫਰੈਂਟ ਪਾਰਟਸ 'ਚ ਰੱਖਦੀ ਹੈ। ਹੁਣ ਉਹ ਪਾਰਟਸ 'ਚੋਂ ਕਿਹੜੇ ਪਾਰਟ ਦਾ ਪ੍ਰੋਡਕਟ ਕੰਪਨੀ ਬਣਾਏਗੀ, ਠੀਕ ਹੈ, ਉਹ ਕਿਹੜੇ ਪਾਰਟ ਦਾ ਪ੍ਰੋਡਕਟ ਬਣਾ ਕੇ ਕੰਪਨੀ ਸੇਲ ਕਰੇਗੀ, ਜਾਂ ਕਿਹੜੇ ਸੈਗਮੈਂਟ ਦੇ ਕਸਟਮਰਸ ਦੀ ਰਿਕੁਆਇਰਮੈਂਟ ਨੂੰ ਕੰਪਨੀ ਪੂਰਾ ਕਰਨਾ ਚਾਹੁੰਦੀ ਹੈ, ਠੀਕ ਹੈ। ਜਾਂ ਫਿਰ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਕਿਹੜੇ ਸੈਗਮੈਂਟ ਨੂੰ ਕੰਪਨੀ ਨੇ ਟਾਰਗੇਟ ਕੀਤਾ ਵੀ ਮੈਂ ਇਹ ਜਿਹੜੇ ਕਸਟਮਰਸ ਦੀ ਡਿਮਾਂਡ ਹੈ ਉਹ ਸੈਟਿਸਫਾਈ ਕਰ ਸਕਦੀ ਹਾਂ, ਠੀਕ ਹੈ। ਉਹਨੂੰ ਕੀ ਕਹਿੰਦੇ ਆ, ਟਾਰਗੇਟ ਮਾਰਕੀਟਿੰਗ। ਜਿਵੇਂ ਸ਼ੈਂਪੂਸ ਦੀ ਐਗਜ਼ਾਮਪਲ ਲਿੱਤੀ ਸੀ ਨਾ, ਕਿ ਇੱਕ ਹੁੰਦੇ ਹੈ ਡਰਾਈ ਵਾਲਾਂ ਲਈ, ਇੱਕ ਹੁੰਦੇ ਹੈ ਨੋਰਮਲ ਹੇਅਰ ਲਈ, ਇੱਕ ਹੁੰਦੇ ਹੈ ਆਇਲੀ ਹੇਅਰ ਲਈ, ਇੱਕ ਹੁੰਦੇ ਹੈ ਡੈਂਡਰਫ ਲਈ, ਹੈ ਨਾ। ਸੋ ਹੁਣ ਇਹ ਚਾਰੇ ਕੀ ਹੋ ਗਈਆਂ, ਸੈਗਮੈਂਟਸ ਹੋ ਗਏ, ਠੀਕ ਹੈ। ਹੁਣ ਕੰਪਨੀ ਨੇ ਕੀ ਡਿਸਾਈਡ ਕੀਤਾ ਕਿ ਮੋਸਟਲੀ ਲੋਕਾਂ ਦੇ ਨੋਰਮਲ ਹੇਅਰ ਹੁੰਦੇ ਨੇ, ਹੈ ਨਾ। ਸੋ ਆਪਾਂ ਕਿਹੜਾ ਮਾਰਕੀਟ ਟਾਰਗੇਟ ਕਰਾਂਗੇ, ਜਿਨ੍ਹਾਂ ਦੇ ਨੋਰਮਲ ਹੇਅਰ ਹੈ। ਸੋ ਪ੍ਰੋਡਕਟ ਕਿਹੜਾ ਬਣਾਉਣਗੇ, ਜਿਹੜਾ ਸ਼ੈਂਪੂ ਕਿਹੜਾ ਬਣਾਉਣਗੇ, ਜਿਹੜਾ ਨੋਰਮਲ ਹੇਅਰ 'ਤੇ ਯੂਜ਼ ਹੋ ਸਕਦਾ, ਠੀਕ ਹੈ। ਅਤੇ ਉਹ ਉਹਨਾਂ ਲਈ ਕੀ ਹੋ ਗਿਆ, ਟਾਰਗੇਟ ਮਾਰਕੀਟਿੰਗ। ਸਪੋਜ਼ ਕੋਈ ਇਹੋ ਜਿਹੀ ਕੰਪਨੀ ਹੈ ਜਿਹੜੀ ਨਵੀਂ ਲਾਂਚ ਹੋਣਾ ਚਾਹੁੰਦੀ ਹੈ, ਠੀਕ ਹੈ, ਉਹ ਵੇਖਦੀ ਹੈ ਕਿ ਕਿਸੇ ਨੇ ਨਾ ਸਪੈਸੀਫਿਕਲੀ ਡਰਾਈ ਵਾਲਾਂ ਲਈ ਕੁਛ ਨਹੀਂ ਕੀਤਾ ਹੋਇਆ, ਮਤਲਬ ਕੋਈ ਡਰਾਈ ਵਾਲਾਂ 'ਚ ਕਾਫੀ ਸਕੋਪ ਹੈ, ਠੀਕ ਹੈ, ਉੱਥੇ ਕੋਈ ਪਰਟੀਕੂਲਰ ਪ੍ਰੋਡਕਟ ਹੈ ਨਹੀਂ ਗਾ, ਅਤੇ ਲੋਕਾਂ ਦੇ ਅੱਜ ਕੱਲ੍ਹ ਪੋਲਿਊਸ਼ਨ ਕਰਕੇ ਜਾਂ ਫਿਰ ਡਾਈਟ ਵਿੱਚ ਕਮੀ ਹੋਣ ਕਰਕੇ ਡਰਾਈ ਵਾਲ ਕਾਫੀ ਹੁੰਦੇ ਆ। ਤਾਂ ਉਹ ਕੰਪਨੀ ਕੀ ਸੋਚਦੀ ਹੈ ਵੀ ਮੈਂ ਇਹੋ ਜਿਹਾ ਪ੍ਰੋਡਕਟ ਬਣਾਉਂਦੀ ਹਾਂ ਜਿਹੜੇ, ਇਹੋ ਜਿਹਾ ਸ਼ੈਂਪੂ ਬਣਾਉਂਦੀ ਹਾਂ ਜਿਹੜੇ ਡਰਾਈ ਹੇਅਰ 'ਤੇ ਯੂਜ਼ ਹੋਊਗਾ, ਠੀਕ ਹੈ। ਤਾਂ ਉੱਥੇ ਕੀ ਆਏਗੀ ਫਿਰ, ਉੱਥੇ ਟਾਰਗੇਟ ਕੀ ਹੈ, ਕਿਹੜੀ ਮਾਰਕੀਟ ਕੀਤੀ ਗਈ ਹੈ, ਡਰਾਈ ਹੇਅਰ ਵਾਲੀ ਮਾਰਕੀਟ, ਠੀਕ ਹੈ। ਸਮਝ ਕੇ ਟਾਰਗੇਟ ਮਾਰਕੀਟਿੰਗ ਕੀ ਹੁੰਦੀ ਹੈ, ਕਿ ਸੈਗਮੈਂਟਸ ਡਿਵਾਈਡ ਕਰ ਲਈ, ਠੀਕ ਹੈ, ਕਸਟਮਰ ਦੀ ਰਿਕੁਆਇਰਮੈਂਟ ਦੇ ਬੇਸ 'ਤੇ। ਹੁਣ ਕੰਪਨੀ ਨੇ ਇਹ ਡਿਸਾਈਡ ਕਰਨਾ ਕਿ ਉਹ ਕਿਹੜੀ ਡਿਮਾਂਡ ਨੂੰ ਸੈਟਿਸਫਾਈ ਕਰਨਗੇ, ਠੀਕ ਹੈ, ਅਤੇ ਕਿਹੜੇ ਕਸਟਮਰਸ ਨੂੰ ਟਾਰਗੇਟ ਕਰਨਗੇ। समझ गए, टारगेट थोड़ा थोड़ा पता लग गया। ਨੈਕਸਟ ਰਾਤੇ ਦੇਖੋ, ਜਿਹੜਾ ਸੈਗਮੈਂਟ ਕੰਪਨੀ ਨੇ ਡਿਸਾਈਡ ਕਰਨਾ ਹੈ, ਠੀਕ ਹੈ, ਜਿਹਨੂੰ ਟਾਰਗੇਟ 'ਚ ਰੱਖਣਾ ਹੈ, ਠੀਕ ਹੈ, ਉਹ ਕਿਹੜੇ ਬੇਸ 'ਤੇ ਕਰੇਗੀ, ਮੇਜਰਲੀ ਇਸ ਬੇਸ 'ਤੇ ਵੀ ਉਹਦੇ 'ਚ ਕਸਟਮਰ ਕਿੰਨੇ ਕੁ ਨੇ, ਠੀਕ ਹੈ। ਨੰਬਰ ਆਫ ਕਸਟਮਰਸ ਜਿਹਦੇ 'ਚ ਜ਼ਿਆਦਾ ਹੋਣਗੇ ਤਾਂ ਉੱਥੇ ਕੀ ਹੈ, ਸੇਲ ਹੋਣ ਦਾ ਚਾਂਸ ਜ਼ਿਆਦਾ, ਠੀਕ ਹੈ। ਜਿੱਥੇ ਨੰਬਰ ਆਫ ਕਸਟਮਰਸ ਘੱਟ ਹੋਣਗੇ ਉੱਥੇ ਸੇਲ ਕਿਵੇਂ ਹੋਏਗੀ, ਘੱਟ ਹੋਏਗੀ, ਹੈ ਨਾ, ਕਿਉਂਕਿ ਇੱਕ ਕਸਟਮਰ ਕਿੰਨਾ ਕੁ ਪ੍ਰੋਡਕਟ ਖਰੀਦ ਲਏਗਾ। ਐਟਲੀਸਟ ਜਿਹੜੇ ਤੁਹਾਡੇ ਨੰਬਰ ਆਫ ਕਸਟਮਰਸ ਨੇ ਉਹ ਤਾਂ ਜ਼ਿਆਦਾ ਹੋਣੇ ਚਾਹੀਦੇ ਨੇ ਨਾ, ਹੈ ਨਾ। ਨੈਕਸਟ ਦੇਖੋ, ਹੋਰ ਇਹਦੇ 'ਤੇ ਹੈ ਕਿ ਮਾਰਕੀਟ 'ਚ ਗਰੋਥ ਕਿੰਨੀ ਕੁ ਪੋਸੀਬਲ ਹੈ, ਠੀਕ ਹੈ। ਗਰੋਥ ਕਿਵੇਂ, ਕਿ ਉਸ ਸੈਗਮੈਂਟ 'ਚ ਆਲਰੇਡੀ ਕੋਈ ਕੰਪੀਟੀਟਰ ਹੈ, ਜੇ ਹੈ ਤਾਂ ਉਹ ਸੈਗਮੈਂਟ 'ਚ ਕਿੰਨਾ ਕੁ ਸਕਸੈਸਫੁਲ ਹੈ, ਠੀਕ ਹੈ, ਕਸਟਮਰ ਉਹਦੇ ਪ੍ਰੋਡਕਟ ਤੋਂ ਕਿੰਨੇ ਕੁ ਸੈਟਿਸਫਾਈਡ ਹੈ, ਠੀਕ ਹੈ, ਉਹਦੀ ਫੀਡਬੈਕ ਕੀ ਆਉਂਦੀ ਹੈ ਵੀ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ, ਜਾਂ ਫਿਰ ਉਸ ਸੈਕਟਰ ਵਿੱਚ ਹੋਰ ਕੌਣ ਸੋਚ ਰਿਹਾ ਐਂਟਰ ਹੋਣ ਬਾਰੇ, ਠੀਕ ਹੈ। ਨੈਕਸਟ ਦੇ ਵਿੱਚ ਜਿਹੜੇ ਕਸਟਮਰਸ ਨੇ ਉਹਨਾਂ ਦੀ ਪੇਇੰਗ ਕਪੈਸਿਟੀ ਕੀ ਹੈ, ਠੀਕ ਹੈ, ਉਹਨਾਂ ਦਾ ਪ੍ਰਾਈਜ਼ ਨੂੰ ਲੈ ਕੇ ਕੀ ਵਿਚਾਰ ਹੈ, ਉਹ ਲੋ ਪ੍ਰਾਈਸ ਪ੍ਰੋਡਕਟ ਖਰੀਦਣਾ ਪਸੰਦ ਕਰਦੇ ਹੈ ਕਿ ਹਾਈ ਪ੍ਰਾਈਸ, ਠੀਕ ਹੈ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਇਵੈਲੂਏਟ ਕਰਕੇ ਇਹ ਡਿਸਾਈਡ ਕੀਤਾ ਜਾਂਦਾ ਹੈ ਵੀ ਕਿਹੜਾ ਸੈਗਮੈਂਟ ਟਾਰਗੇਟ ਕਰਨਾ ਹੈ, ਠੀਕ ਹੈ। ਮੋਸਟਲੀ ਕਿਹੜਾ ਸੈਗਮੈਂਟ ਚੁਣਿਆ ਜਾਂਦਾ ਰਾਜੇ, ਜਿੱਥੇ ਗਰੋਥ ਪੋਟੈਂਸ਼ੀਅਲ ਜ਼ਿਆਦਾ ਹੋਵੇ,
जिथे कॉम्पीटीटर्स घट होण, जिथे ऑलरेडी कोई सबसटीट्यूट प्रोडक्ट ना अवेलेबल होवे, ठीक है। नंबर ऑफ ग्रोथ पोटैंशियल का मेन पॉइंट बनता है, ठीक है, कि ताकि कंपनी जो एक बार वो सैगमेंट च एंटर हो जाए तो टाइम टू टाइम की है वो सेल इनहैंस करती रहे, बढ़ती रहे, इनक्रीज करती रहे, ठीक है। नैक्सट तुम ये भी वर्ड लिख सकते हो सर्व करने वाला, देखो जिवें मैं अंडरलाइन किया हुआ है ना, कि आफ्टर सिलैक्टिंग द मार्केट सैगमेंट्स कंपनी डिसाइड हाउ टू कवर मार्केट सैगमेंट एज टारगेट मार्केट, ठीक है। ये टारगेट मार्केट चो की डिसाइड करती है कंपनी, दैट हाउ टू सर्व और डिसाइडेड टू सर्व, ठीक है, कि वो सैगमेंट नू सर्व करना उन्हें, मतलब वो जड़ियाँ डिमांड्स है उन्होंने किहदे नाल फुलफिल करना है, प्रोडक्ट या सर्विस बना के, ठीक है। हुण देखो राजे मैथड्स या स्ट्रैटजीज या ऑल्टरनेटिव ऑफ मार्केट टारगेटिंग, ठीक है, कि जिहड़ी टारगेट मार्केटिंग है या मार्केट टारगेटिंग है ਉਹਨੂੰ ਕਿਵੇਂ ਕੀਤਾ ਜਾ ਸਕਦਾ ਹੈ, ਉਹਦੇ ਕੀ ਡਿਫਰੈਂਟ ਸਟ੍ਰੈਟਜੀਜ਼ ਨੇ ਜਾਂ ਉਹਦੇ ਕੀ ਮੈਥਡਸ ਨੇ, ਠੀਕ ਹੈ, ਜਾਂ ਆਲਟਰਨੇਟਿਵਸ ਕੀ ਨੇ। ਇਹ ਕਹਿੰਦੇ ਆ ਕਿ ਸੁਣਨ ਵਿੱਚ ਜਿੰਨੀ ਚੀਜ਼ ਸੌਖੀ ਲੱਗਦੀ ਹੈ ਨਾ, ਕਿ ਮਾਰਕੀਟ ਨੂੰ ਸੈਗਮੈਂਟਸ 'ਚ ਡਿਵਾਈਡ ਕਰ ਲਓ ਅਤੇ ਉਹਦੇ 'ਚੋਂ ਇੱਕ ਅੱਧਾ ਟਾਰਗੇਟ ਚੂਜ਼ ਕਰ ਲਓ, ਹੈ ਨਾ। ਕਹਿੰਦੇ ਪ੍ਰੈਕਟੀਕੈਲਿਟੀ 'ਚ ਜੇ ਆਪਾਂ ਇਹਨੂੰ ਲਾਗੂ ਕਰਨਾ ਚਾਹੀਏ ਤਾਂ ਇਹ ਚੀਜ਼ ਉਨੀ ਵੀ ਈਜ਼ੀ नहीं है, ठीक है। बहुत सारे स्टैप्स हैं, ठीक है, बहुत सारी डाटा कलैक्ट करना पैंदा, ठीक है, बहुत सारी नॉलेज इकट्ठी करनी पैंदी है इनू डिसाइड करने लई, ठीक है। पहला ये देखो स्टैप की इन्होंने दसिया है, फर्स्ट स्टैप कि नॉलेज क्रिएट करनी पैंदी है, ठीक है, कि मार्केट किहो जी है, वो हिट्रोजीनियस है कि होमोजीनियस है, प्रोडक्ट किहड़े चाहिए इन्होंने, हिट्रोजीनियस चाहिए हैं कि होमोजीनियस चाहिए हैं, ठीक है। वो बेस ते सैकेंड स्टैप है नॉलेज इकट्ठी कर ली, हुण की है वो बेस ते सैगमेंटेशन करो, ठीक है। सैगमेंटेशन किवें होएगी, कलैक्शन एंड एनालिसिस ऑफ डाटा तो, ठीक है, डाटा एनालिसिस करना पएगा। दैन इहदे बेस ते राजे थर्ड स्टैप बनता है, थर्ड स्टैप की है कि सैगमेंटेशन जो कर ली, ठीक है, उन्होंने नाम दे दो कि केड़ा क्राइटेरिया अपलाई करना है, ठीक है। मतलब सैगमेंटेशन चो हुण आपां एक या दो सैगमेंट्स चूज़ करने हैं ना, तो किहड़े बेस ते चूज़ करने हैं, ठीक है, की चीज़ नूं इंपॉर्टेंस देनी है, ठीक है। फोर्थ देखो जो सैगमेंट चूज़ कर लिया, दैन उस तो बाद वो सैगमेंट की रिक्वायरमेंट जिहड़ी है पूरी किवें करनी है, ठीक है, उस सैगमेंट की रिक्वायरमेंट फुलफिल किवें करनी है, उहदे लई एक्शन प्लान बनाना पएगा, प्रोग्राम बनाना पएगा, मार्केटिंग प्रोग्राम, ठीक है, जिहदे विच की होएगा इनिशियली कि कंज्यूमर के जिहड़े बैनीफिट्स ने उन्होंने डिलीवर करना है, कंज्यूमर की जिहड़ी वांट है उन्होंने सैटिस्फाई करना है, ठीक है। ये लॉन्ग रन प्लस शॉर्ट रन दोनों ही प्रोग्राम्स या प्लान्स बनाए जाते हैं, ठीक है। ये तो कुछ बेसिक जो ओवरव्यू सीखा, अगे आई थिंक ये पॉइंट्स हैं। मेजरली देखो राजे मैंने लगता है 3 पॉइंट्स हैं, एक तो अनडिफरेंशिएटेड मार्केट, एक डिफरेंशिएटेड एंड एक कॉन्सेंट्रेटेड। देखो राजे पहला पॉइंट की है अनडिफरेंशिएटेड मार्केटिंग, ठीक है। अनडिफरेंशिएटेड मार्केटिंग विच की है राजे, पहला तो मैं दस दिनी हाँ, ठीक है, फिर बाद चो बुकिश लैंगुएज कर लाँगे। अनडिफरेंशिएटेड मार्केटिंग च यह होंदा बच्चे कि जिहड़ी मार्केट है ना वो डिफरेंट है, सॉरी जिहड़ी मार्केट है ना वो सिंगल मार्केट है, ठीक है,
ਉਹਦੇ ਵਿੱਚ ਜਿਹੜੇ ਕਸਟਮਰਸ ਨੇ ਉਹ ਹੋਮੋਜੀਨੀਅਸ ਨੇ, ਮਤਲਬ ਉਹਨਾਂ ਦੀ ਸੇਮ ਰਿਕੁਆਇਰਮੈਂਟ ਹੈ, ਠੀਕ ਹੈ। ਅਤੇ ਜਿਹੜਾ ਇਹਦੇ ਵਿੱਚ ਸੋ ਕਸਟਮਰ ਹੋਮੋਜੀਨੀਅਸ ਆ ਤਾਂ ਦੇਰ ਆਰ ਚਾਂਸਿਸ ਕਿ ਜਿਹੜੀ ਮਾਰਕੀਟ ਆ ਉਹ ਵੀ ਕਿਹੜੀ ਹੋਏਗੀ, ਹੋਮੋਜੀਨੀਅਸ ਹੋਏਗੀ। ਕਹਿਣ ਦਾ ਕਿ ਮਤਲਬ ਇਹਦੇ ਵਿੱਚ ਡਿਫਰੈਂਟ ਪ੍ਰੋਡਕਟਸ ਬਣਾਉਣ ਦੀ ਨਹੀਂ ਜ਼ਰੂਰਤ ਹੈਗੀ ਕਿ ਸੇਮ ਪ੍ਰੋਡਕਟ ਨਾਲ ਸਾਰੇ ਕਸਟਮਰਸ ਦੀ ਰਿਕੁਆਇਰਮੈਂਟ ਫੁਲਫਿਲ ਹੋ ਜਾਏਗੀ, ਠੀਕ ਹੈ। ਇਹਦੇ ਵਿੱਚ ਦੇਖੋ, ਹੁਣ ਦੇਖੋ ਅਨਡਿਫਰੈਂਸ਼ੀਏਟਿਡ ਮਾਰਕੀਟ 'ਚ ਇਹਨਾਂ ਨੇ ਕੀ ਲਿਖਿਆ ਹੋਇਆ, The strategy put forth only one product and tries to draw in all the buyers with one marketing program, ਠੀਕ ਹੈ। ਸਿਰਫ ਇੱਕ ਪ੍ਰੋਡਕਟ ਦੀ ਗੱਲ ਹੈ, ਠੀਕ ਹੈ। ਓਨਲੀ ਵਨ ਪ੍ਰੋਡਕਟ ਕਿੰਨਾ ਲਈ, ਸਾਰੇ ਬਾਇਰਸ ਲਈ, ਆਲ ਦ ਕਸਟਮਰਸ, ਠੀਕ ਹੈ। ਕਿਹਦੇ ਨਾਲ, ਵਨ ਮਾਰਕੀਟਿੰਗ ਪ੍ਰੋਗਰਾਮ ਨਾਲ। ਇੱਕ ਪ੍ਰੋਡਕਟ ਸਾਰੇ ਕਸਟਮਰਸ ਲਈ, ਇੱਕੋ ਹੀ ਮਾਰਕੀਟਿੰਗ ਪ੍ਰੋਗਰਾਮ ਨਾਲ, ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਜਿਹੜੀ ਫਰਮ ਹੁੰਦੀ ਹੈ ਨਾ ਉਹ ਇਹ ਡਿਸਾਈਡ ਕਰਦੀ ਹੈ ਵੀ ਆਪਾਂ ਅਲੱਗ-ਅਲੱਗ ਡਿਮਾਂਡਸ ਨੂੰ ਨਹੀਂ ਰਿਕੋਗਨਾਈਜ਼ ਕਰਨਾ, ਠੀਕ ਹੈ। ਕਿ ਜੇ ਕਸਟਮਰਸ ਦੀਆਂ ਡਿਫਰੈਂਟ ਡਿਮਾਂਡਸ ਵੀ ਨੇ ਉਹਨਾਂ ਨੂੰ ਨਹੀਂ ਆਪਾਂ ਰਿਕੋਗਨਾਈਜ਼ ਕਰਨਾ, ਆਪਾਂ ਕਿਹੜੇ ਬੇਸ ਨਾਲ ਚੱਲਣਾ, ਉਹਨਾਂ ਦੀ ਸਿੰਗਲ ਡਿਮਾਂਡ ਲੈ ਕੇ ਚੱਲਣਾ, ਠੀਕ ਹੈ। ਟਾਰਗੇਟ ਉਹ ਕੀ ਕਰਦੇ ਨੇ, ਐਗਰੀਗੇਟ ਮਾਰਕੀਟ ਕਰਦੇ ਨੇ, ਸਾਰੀ ਮਾਰਕੀਟ, ਮਤਲਬ ਉਹਨੂੰ ਸੈਗਮੈਂਟਸ 'ਚ ਨਹੀਂ ਡਿਵਾਈਡ ਕਰਦੇ, ਛੋਟੇ ਛੋਟੇ ਪਾਰਟਸ 'ਚ ਨਹੀਂ ਡਿਵਾਈਡ ਕਰਦੇ, ਐਜ਼ ਅ ਹੋਲ ਟਰੀਟ ਕਰਦੇ ਨੇ, ਠੀਕ ਹੈ। ਇਹਦੇ ਵਿੱਚੋਂ ਕੀ ਫੋਕਸ ਕਰਦੇ ਨੇ ਕਿ ਕਾਮਨ ਨੀਡਸ ਇਨ ਪੀਪਲ ਰੈਦਰ ਦੈਨ ਵਟ ਆਰ ਦੇਅਰ ਡਿਫਰੈਂਟ ਨੀਡਸ, ਠੀਕ ਹੈ। ਉਹ ਇਹ ਸੋਚ ਕੇ ਚੱਲਦੇ ਨੇ ਵੀ ਆਪਾਂ ਟਾਰਗੇਟ ਕੀ ਕਰਨਾ, ਆਪਾਂ ਕਿਹੜਾ ਪ੍ਰੋਡਕਟ ਜਾਂ ਸਰਵਿਸ ਦੇਣਾ ਜਿਹੜੀ ਸਾਰਿਆਂ ਦੀ ਸੇਮ ਰਿਕੁਆਇਰਮੈਂਟ ਹੈ, ਠੀਕ ਹੈ। ਰੈਦਰ ਦੈਨ ਇਹ ਟਾਰਗੇਟ ਕਰਨ ਦੀ ਬਜਾਏ ਕਿ ਡਿਫਰੈਂਟ ਡਿਮਾਂਡਸ ਕੀ ਨੇ, ਠੀਕ ਹੈ। ਪਰਸਨਲ ਡਿਮਾਂਡਸ ਕੀ ਨੇ, ਨੋਰਮਲੀ ਪਰਸਨਲ ਡਿਮਾਂਡਸ ਹੀ ਡਿਫਰੈਂਟ ਹੁੰਦੀਆਂ ਨਾ, ਜਿਹੜੀਆਂ ਕਾਮਨ ਡਿਮਾਂਡਸ ਹੁੰਦੀਆਂ ਉਹਦਾ ਕੀ ਹੁੰਦੀਆਂ, ਸੇਮ ਹੁੰਦੀਆਂ, ਠੀਕ ਹੈ। ਕਾਮਨ ਡਿਮਾਂਡਸ ਕੀ ਆ ਜਾਏਗਾ, ਜਿਵੇਂ ਕੱਪੜਾ, ਰੋਟੀ ਔਰ ਮਕਾਨ, ਠੀਕ ਹੈ। ਜਿਹੜੀਆਂ ਕਾਮਨ ਡਿਮਾਂਡਸ ਹੁੰਦੀਆਂ, ਜਿਹੜੀ ਆਪਾਂ ਨੂੰ ਡੇਲੀ ਦੇ ਬੇਸਿਸ 'ਤੇ ਚਾਹੀਦੀਆਂ, ਠੀਕ ਹੈ। ਡਿਫਰੈਂਸ ਕਿੱਥੇ ਆਉਂਦਾ, ਜਿਹੜੀਆਂ ਬੰਦੇ ਦੀਆਂ ਪਰਸਨਲ ਰਿਕੁਆਇਰਮੈਂਟਸ ਹੁੰਦੀਆਂ, ਠੀਕ ਹੈ। ਜਿਵੇਂ ਸਕਿਨ ਟਾਈਪ, ਹੇਅਰ ਟਾਈਪ, ਬਿਹੇਵੀਅਰ ਦੇ ਬੇਸ 'ਤੇ, ਟੇਸਟ ਦੇ ਬੇਸ 'ਤੇ, ਹੈ ਨਾ। ਜਿਹੜੀਆਂ ਕਾਮਨ ਡਿਮਾਂਡਸ ਹੋ ਗਈਆਂ ਉਹਦੇ ਵਿੱਚ ਕੀ ਰਿਕੁਆਇਰਮੈਂਟ ਆ ਗਈ ਕਿ ਬੰਦੇ ਨੂੰ ਟਰਾਂਸਪੋਰਟੇਸ਼ਨ ਦੀ ਲੋੜ ਹੈ, ਬੰਦੇ ਨੂੰ ਖਾਣਾ ਖਾਣ ਦੀ ਲੋੜ ਹੈ, ਕੱਪੜੇ ਪਾਉਣ ਦੀ ਲੋੜ ਹੈ, ਅਤੇ ਹੁਣ ਕੱਪੜੇ ਕਿਹੋ ਜਿਹੇ ਪਾਉਣੇ ਹੈ, ਇਹ ਕਿਹੜੀ ਰਿਕੁਆਇਰਮੈਂਟ ਹੈ, ਡਿਫਰੈਂਟ ਹੈ, ਕਿਉਂਕਿ ਇਹ ਪਰਸਨਲ ਬੇਸ 'ਤੇ ਬੰਦਾ ਡਿਸਾਈਡ ਕਰਦਾ। ਖੈਰ ਇਹਨਾਂ ਡੀਪ 'ਚ ਨਾ ਜਾਓ, ਡੀਪ 'ਚ ਆਪਾਂ ਖੈਰ ਇਹਨਾਂ ਨਹੀਂ ਜਾਂਦੇ, ਠੀਕ ਹੈ। ਬੇਸਿਕਲੀ ਕੀ ਹੈ ਕਿ ਕੰਪਨੀਜ਼ ਕੀ ਮੰਨ ਕੇ ਚੱਲਦੀਆਂ ਨੇ ਇਹਦੇ ਵਿੱਚ ਅਨਡਿਫਰੈਂਸ਼ੀਏਟਿਡ ਮਾਰਕੀਟ ਵਿੱਚ, ਕਿ ਟਾਰਗੇਟ ਕਿਹਨੂੰ ਕਰਨਾ ਹੈ, ਕਾਮਨ ਨੀਡ ਨੂੰ, ਠੀਕ ਹੈ, ਲੋਕਾਂ ਦੀ ਕਾਮਨ ਜ਼ਰੂਰਤਾਂ ਨੂੰ, ਰੈਦਰ ਦੈਨ ਪਰਸਨਲ ਰਿਕੁਆਇਰਮੈਂਟਸ, ਠੀਕ ਹੈ। ਸੋ ਕਾਮਨ ਜ਼ਰੂਰਤ ਸਿੰਗਲ ਪ੍ਰੋਡਕਟ ਜਾਂ ਸਰਵਿਸ ਨਾਲ ਫੁਲਫਿਲ ਹੋ ਜੂਗੀ, ਠੀਕ ਹੈ। ਇਹਦੇ ਵਿੱਚੋਂ ਕਿਹਨੂੰ ਟਾਰਗੇਟ ਕਰਦੇ ਆ, ਲਾਰਜ ਨੰਬਰ ਆਫ ਬਾਇਰ, ਮਾਰਕੀਟ ਸੈਗਮੈਂਟੇਸ਼ਨ ਨਹੀਂ ਹੁੰਦੀ, ਠੀਕ ਹੈ। ਇਹਦੇ ਵਿੱਚ ਜ਼ਿਆਦਾਤਰ ਡਿਪੈਂਡੈਂਟ ਕਿਹਦੇ 'ਤੇ ਰਿਹਾ ਜਾਂਦਾ, ਪ੍ਰੋਡਕਟ ਡਿਫਰੈਂਸੀਏਸ਼ਨ 'ਤੇ। ਪ੍ਰੋਡਕਟ ਡਿਫਰੈਂਸੀਏਸ਼ਨ ਕੀ ਆ ਹੁਣ, ਕਿ ਜਿਹੜੇ ਕੰਪੀਟੀਟਰਸ ਨੇ ਉਹਨਾਂ ਦੇ ਪ੍ਰੋਡਕਟ ਨਾਲੋਂ ਕੰਪਨੀ ਦਾ ਪ੍ਰੋਡਕਟ ਕਿਵੇਂ ਅਲੱਗ ਹੈ, ਠੀਕ ਹੈ। ਕਸਟਮਰ ਉਹਦਾ ਪ੍ਰੋਡਕਟ ਕਿਉਂ ਲਵੇ, ਤੁਸੀਂ ਇਕਨੋਮਿਕਸ 'ਚ ਪੜ੍ਹਿਆ ਹੋਊਗਾ ਨਾ, ਮੋਨੋਪੋਲਿਸਟਿਕ ਇਨਵਾਇਰਮੈਂਟ, ਲਾਰਜ ਨੰਬਰ ਆਫ ਸੈਲਰਸ, ਲਾਰਜ ਨੰਬਰ ਆਫ ਬਾਇਰਸ, ਪ੍ਰੋਡਕਟ ਡਿਫਰੈਂਸੀਏਸ਼ਨ। ਡਿਫਰੈਂਟ ਕਿਹਦੇ ਬੇਸ 'ਤੇ ਹੁੰਦੇ ਸੀ, ਕਲਰ, ਬ੍ਰੈਂਡ, ਸਾਈਜ਼, ਕੁਆਲਿਟੀ ਵੀ ਸੇਮ ਹੁੰਦੀ ਸੀ ਮੈਨੂੰ ਲੱਗਦਾ, ਹਾਂ, ਠੀਕ ਹੈ। ਪ੍ਰੋਡਕਟ ਡਿਫਰੈਂਸੀਏਸ਼ਨ ਦੇ ਬੇਸ 'ਤੇ ਡਿਫਰ ਕਰਦੇ ਹੋ, ਠੀਕ ਹੈ। ਫਿਰ ਉਹ ਇਹ ਕੋਸ਼ਿਸ਼ ਕਰਦੇ ਆ ਕਿ ਜ਼ਿਆਦਾ ਤੋਂ ਜ਼ਿਆਦਾ ਐਡਵਰਟਾਈਜ਼ਮੈਂਟ ਹੋਵੇ, ਲੋਕ ਉਹਨਾਂ ਦੇ ਪ੍ਰੋਡਕਟ ਬਾਰੇ ਅਵੇਅਰ ਹੋਣ, ਠੀਕ ਹੈ। ਅਤੇ ਲੋਕਾਂ ਦੇ ਦਿਮਾਗ ਵਿੱਚ ਇਹ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹਨਾਂ ਦਾ ਜਿਹੜਾ ਪ੍ਰੋਡਕਟ ਹੈ ਉਹ ਸੁਪੀਰੀਅਰ ਹੈ ਇਨ ਕੰਪੈਰੀਜ਼ਨ ਟੂ ਕੰਪੀਟੀਟਰਸ ਪ੍ਰੋਡਕਟ, ਠੀਕ ਹੈ। ਇਹਦੀ ਜਿਵੇਂ ਐਗਜ਼ਾਮਪਲ 'ਚ ਕੋਲਡ ਡਰਿੰਕਸ ਹੁੰਦੇ ਆ, ਠੀਕ ਹੈ। ਕਾਫੀ ਸਾਰੇ ਕੋਲਡ ਡਰਿੰਕਸ ਹੈ ਨਾ, ਕਿਹੜੀ ਨੋਰਮਲ ਰਿਕੁਆਇਰਮੈਂਟ ਨੂੰ ਟਾਰਗੇਟ ਕਰਦੇ ਹੋ, ਥਰਸਟ ਆਫ ਦ ਪਰਸਨ, ਠੀਕ ਹੈ। ਕਿ ਕਿਸੇ ਨੂੰ ਪਿਆਸ ਲੱਗੀ ਹੈ ਤਾਂ ਕੋਲਡ ਡਰਿੰਕ ਪੀ ਲਓ, ਜਾਂ ਕਿਸੇ ਨੇ ਪਾਰਟੀ ਕਰਨੀ ਹੈ ਤਾਂ ਨਾਲ ਕੋਲਡ ਡਰਿੰਕ ਲੈ ਆਓ। ਹੁਣ ਕੋਲਡ ਡਰਿੰਕ ਵਿੱਚ ਕਿਹੜੀਆਂ ਕਿਹੜੀਆਂ ਕੰਪਨੀਜ਼ ਨੇ, ਠੀਕ ਹੈ, ਕੋਕਾ ਕੋਲਾ, ਫੈਂਟਾ, ਡਿਊ, ਚਲੋ ਜਿਹੜੀਆਂ ਵੀ ਹੋਰ ਨੇ, ਠੀਕ ਹੈ। ਹੁਣ ਇਹਨਾਂ ਵਿੱਚ ਪ੍ਰੋਡਕਟ ਡਿਫਰੈਂਸੀਏਸ਼ਨ ਕਿਹੜੇ ਬੇਸ 'ਤੇ ਹੈ,
ਟੇਸਟ ਐਂਡ ਕਲਰ ਦੇ ਬੇਸ 'ਤੇ, ਠੀਕ ਹੈ। ਪ੍ਰਾਈਸ ਤਾਂ ਇਹਨਾਂ ਦਾ ਆਲਮੋਸਟ ਸੇਮ ਹੀ ਹੁੰਦਾ ਹੈ ਨਾ। ਸੋ ਕਸਟਮਰ ਕਿਹਦੇ ਬੇਸ 'ਤੇ ਚੂਜ਼ ਕਰਦਾ ਕਿ ਕਿਹੜਾ ਪ੍ਰੋਡਕਟ ਉਹਨੂੰ ਬੈਟਰ ਲੱਗਦਾ, ਠੀਕ ਹੈ। ਵੈਸੇ ਜਿਹੜੇ ਰਾਜੇ ਅਨਡਿਫਰੈਂਸ਼ੀਏਟਿਡ ਮਾਰਕੀਟਿੰਗ ਹੈ ਨਾ, ਇਹ ਅੱਜ ਦੇ ਟਾਈਮ 'ਚ ਸਕਸੈਸਫੁਲ ਉਨੀ ਨਹੀਂ ਹੈਗੀ, ਠੀਕ ਹੈ। ਇਹ ਜਿਹੜੀ ਇਸ ਤੋਂ ਪਹਿਲਾਂ ਸੈਂਚੁਰੀ ਸੀਗੀ ਉਦੋਂ ਚੱਲਦੀ ਹੁੰਦੀ ਸੀਗੀ, ਠੀਕ ਹੈ। ਅੱਜ ਦੇ ਟਾਈਮ ਵਿੱਚ ਕਿਹੜੀ ਟੈਕਨੀਕ ਚੱਲਦੀ ਹੈ? ਡਿਫਰੈਂਸ਼ੀਏਟਿਡ ਮਾਰਕੀਟਿੰਗ, ਠੀਕ ਹੈ। ਆਪਾਂ ਅੱਗੇ ਕਰਾਂਗੇ, ਪਹਿਲਾਂ ਆਪਾਂ ਕੰਪਲੀਟ ਕਰ ਲਈਏ। ਇਹਦੇ ਵਿੱਚ ਹੈ ਰਾਜੇ, ਇਹਦੇ ਇੱਥੇ ਬੈਨੀਫਿਟਸ ਦੱਸੇ ਹੋਏ ਨੇ, ਠੀਕ ਹੈ, ਕਿ ਬੈਨੀਫਿਟਸ ਕੀ ਕੀ ਨੇ। ਇਹ ਪ੍ਰਾਇਮਰਲੀ ਡਿਪੈਂਡ ਕਰਦਾ ਕੋਸਟ ਇਕਨੋਮਿਕਸ, ਠੀਕ ਹੈ। ਕੋਸਟ ਬੈਨੀਫਿਸ਼ੀਅਲ ਹੈ ਇਹ। ਇੱਕ ਪ੍ਰੋਡਕਟ ਬਣਾਉਣਾ ਹੈ ਬਹੁਤ ਸਾਰੇ ਕਸਟਮਰਸ ਲਈ, ਤਾਂ ਆਪਾਂ ਪ੍ਰੋਡਕਟ ਲਾਈਨ ਘੱਟ ਤੋਂ ਘੱਟ ਰੱਖਾਂਗੇ, ਠੀਕ ਹੈ। ਪ੍ਰੋਡਕਟ ਲਾਈਨ ਤਾਂ ਪਤਾ ਨਾ ਹੁਣ, ਪ੍ਰੋਡਕਟ ਲਾਈਨ ਹੁੰਦਾ ਰਾਜੇ ਕਿ ਇੱਕ ਕੰਪਨੀ ਇੱਕ ਪਰਟੀਕੂਲਰ ਪ੍ਰੋਡਕਟ ਕਿੰਨੇ ਟਾਈਪ ਦਾ ਪ੍ਰੋਡਿਊਸ ਕਰ ਰਹੀ ਹੈ। ਜਿਵੇਂ ਸਨਸਿਲਕ ਦੇ ਸ਼ੈਂਪੂ ਦੀ ਐਗਜ਼ਾਮਪਲ ਲਿੱਤੀ ਸੀ, ਉਹਦੇ ਵਿੱਚ ਜਿੰਨੇ ਵੀ ਸਨਸਿਲਕ ਸ਼ੈਂਪੂ ਪ੍ਰੋਡਿਊਸ ਕਰਦਾ ਸੀਗਾ, ਉਹ ਕੀ ਸੀ? ਪ੍ਰੋਡਕਟ ਲਾਈਨ ਸੀ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ, ਇੱਕ ਤਰ੍ਹਾਂ ਦਾ ਪ੍ਰੋਡਕਟ ਹੀ ਬਣੂਗਾ, ਠੀਕ ਹੈ। ਸੋ ਉਹਨੂੰ ਬਣਾਉਣ ਲਈ ਇਨਵੈਂਟਰੀ ਘੱਟ ਲੱਗੂਗੀ, ਐਡਵਰਟਾਈਜ਼ਮੈਂਟ ਘੱਟ ਹੋਏਗੀ, ਸੈਲਿੰਗ ਐਂਡ ਡਿਸਟਰੀਬਿਊਸ਼ਨ ਕੋਸਟ ਘੱਟ ਹੋਏਗੀ, ਠੀਕ ਹੈ। ਪ੍ਰੋਡਕਸ਼ਨ ਵੀ ਘੱਟ ਕਰਨੀ ਪਏਗੀ, ਡਿਸਕਾਊਂਟਸ ਵੀ ਜ਼ਿਆਦਾ ਇੱਕੋ ਹੀ ਨਹੀਂ ਦੇਣੇ ਪੈਣਗੇ। ਜੇ ਕਿਸੇ ਦੀ ਰਿਸਰਚ ਐਂਡ ਡਿਵੈਲਪਮੈਂਟ ਕਰਨੀ ਹੈ ਉਹਦੀ ਵੀ ਉਹੀ ਕਰਨੀ ਹੈ। ਮਤਲਬ ਸਿੰਗਲ ਪ੍ਰੋਡਕਟ ਬਣਾ ਰਹੇ ਹਾਂ ਤਾਂ ਸਾਰੀਆਂ ਚੀਜ਼ਾਂ ਕਿਹਦੇ ਲਈ ਕਰਨੀਆਂ ਪੈਣਗੀਆਂ? ਇੱਕ ਚੀਜ਼ ਲਈ ਕਰਨੀਆਂ ਪੈਣਗੀਆਂ। ਇਨ ਕੰਪੈਰੀਜ਼ਨ ਟੂ ਜੇ ਇਹੀ ਚੀਜ਼ ਆਪਾਂ ਮਾਰਕੀਟ ਸੈਗਮੈਂਟੇਸ਼ਨ ਵਾਲੇ ਲਈ ਕਰਦੇ ਹਾਂ ਤਾਂ ਉਹਦੇ ਲਈ ਨੰਬਰ ਆਫ ਪ੍ਰੋਡਕਟਸ ਉਹਦੇ ਵਿੱਚ ਜ਼ਿਆਦਾ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ, ਸਪੋਜ਼ ਕਰੋ ਚਾਰ ਤਰ੍ਹਾਂ ਦੇ ਪ੍ਰੋਡਕਟ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ 4 ਤਰ੍ਹਾਂ ਦੇ ਪ੍ਰੋਡਕਟ ਲਈ ਕਰਨੀਆਂ ਪੈਂਦੀਆਂ, ਠੀਕ ਹੈ। ਕਿੱਥੇ ਸਾਰੀਆਂ ਚੀਜ਼ਾਂ ਸਿਰਫ ਇੱਕ ਪ੍ਰੋਡਕਟ ਲਈ ਕਰਨੀਆਂ ਪੈ ਰਹੀਆਂ। ਸੋ ਕੋਸਟ ਦਾ ਫਰਕ ਪੈ ਗਿਆ ਨਾ ਉੱਥੇ, ਕਿ ਕੰਪਨੀ ਨੂੰ ਖਰਚਾ ਘੱਟ ਆ ਰਿਹਾ, ਹੈ ਨਾ। ਸੋ ਇਹ ਕੀ ਚੀਜ਼ ਹੈ? ਇਹਦੇ ਬੈਨੀਫਿਟਸ ਨੇ ਇਹ ਸਾਰੇ, ਕਿ ਕੋਸਟ ਇਕੋਨਮੀਜ਼ ਹੁੰਦੀ ਹੈ, ਇਹਦੇ ਵਿੱਚ ਖਰਚਾ ਘੱਟ ਹੁੰਦਾ, ਸਾਰੀਆਂ ਕੋਸਟ ਜਿਹੜੀਆਂ ਨੇ ਘੱਟ ਹੁੰਦੀਆਂ ਨੇ, ਠੀਕ ਹੈ। ਓਹੋ, ਇਹ ਤਾਂ ਬਲਰ ਹੈ। ਚਲੋ, ਇੱਥੇ ਇਹਨਾਂ ਨੇ ਰਾਜੇ ਐਗਜ਼ਾਮਪਲ ਦਿੱਤੀ ਹੋਈ ਹੈ ਇਹਦੀ, ਕਿ ਅਮੈਰੀਕਨ ਕਾਰ ਮੈਨੂਫੈਕਚਰਰ ਹੈ ਇੱਕ, ਠੀਕ ਹੈ। ਉਹ ਸਿਰਫ ਕੀ ਆ, ਵੱਡੀਆਂ ਕਾਰਸ ਬਣਾਉਂਦਾ, ਜਿਵੇਂ 7 ਸੀਟਰ ਜਾਂ ਫੈਮਲੀ ਕਾਰ ਹੁੰਦੀ ਹੈ ਜਿਹੜੀ, ਉਹ ਵਾਲੀਆਂ, ਠੀਕ ਹੈ। ਉਹ ਸਮੋਲ ਕਾਰ ਨਹੀਂ ਬਣਾਉਂਦਾ, ਜਿਨ੍ਹਾਂ ਨੂੰ ਛੋਟੀਆਂ ਗੱਡੀਆਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ ਟਾਰਗੇਟ ਹੀ ਨਹੀਂ ਕਰਦਾ ਉਹ, ਠੀਕ ਹੈ। ਉਹ ਸਿਰਫ ਵੱਡੀਆਂ ਗੱਡੀਆਂ ਬਣਾਉਂਦਾ, ਠੀਕ ਹੈ। ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ ਇੱਥੇ ਇੱਕ ਕਾਹਦੀ? ਅਨਡਿਫਰੈਂਸ਼ੀਏਟਿਡ ਮਾਰਕੀਟ ਦੀ, ਠੀਕ ਹੈ। ਸਾਰੀ ਮਾਰਕੀਟ ਨੂੰ ਸਿੰਗਲ ਟਰੀਟ ਕਰਦੇ ਨੇ, ਸਿੰਗਲ ਪ੍ਰੋਡਕਟ ਹੀ ਸਪਲਾਈ ਕਰਦੇ ਨੇ, ਠੀਕ ਹੈ। ਨੈਕਸਟ ਦੇਖੋ ਰਾਜੇ, ਡਿਫਰੈਂਸ਼ੀਏਟਿਡ ਮਾਰਕੀਟਿੰਗ। ਡਿਫਰੈਂਸ਼ੀਏਟਿਡ ਮਾਰਕੀਟ, ਡਿਫਰੈਂਸ ਆ ਗਿਆ ਵਿੱਚ, ਹੈ ਨਾ, ਮਤਲਬ ਅਲੱਗ ਅਲੱਗ ਸੈਗਮੈਂਟਸ ਬਣਾਏ ਜਾਣਗੇ, ਠੀਕ ਹੈ। ਅਲੱਗ ਅਲੱਗ ਕਸਟਮਰਸ ਦੀਆਂ ਰਿਕੁਆਇਰਮੈਂਟਸ ਜਾਣੀਆਂ ਜਾਣਗੀਆਂ, ਵੀ ਕਿਹਦੀ ਕੀ ਰਿਕੁਆਇਰਮੈਂਟ ਹੈ, ਕਿਹਦੀ ਕੀ ਰਿਕੁਆਇਰਮੈਂਟ ਹੈ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਅਲੱਗ ਅਲੱਗ ਰਿਕੁਆਇਰਮੈਂਟਸ ਨੂੰ ਸੈਟਿਸਫਾਈ ਕਰਨ ਲਈ ਅਲੱਗ ਅਲੱਗ ਪ੍ਰੋਡਕਟ ਬਣਾਏ ਜਾਣਗੇ, ਠੀਕ ਹੈ। ਦੇਖੋ ਹੁਣ, ਡਿਸਾਈਡ ਟੂ ਆਪਰੇਟ ਇਨ ਸੈਵਰਲ ਮਾਰਕੀਟਸ, ਠੀਕ ਹੈ। ਕਾਫੀ ਸਾਰੀਆਂ ਮਾਰਕੀਟਸ ਵਿੱਚ ਪ੍ਰੋਡਕਟ ਸੇਲ ਕਰਨ ਬਾਰੇ ਕੰਪਨੀ ਡਿਸਾਈਡ ਕਰਦੀ ਹੈ, ਡਿਫਰੈਂਸ਼ੀਏਟਿਡ ਮਾਰਕੀਟਿੰਗ ਕੰਸੈਪਟ ਦੇ ਅੰਦਰ ਜਾਂ ਸਟ੍ਰੈਟਜੀ ਦੇ ਅੰਡਰ, ਠੀਕ ਹੈ। ਜਿਹਦੇ ਵਿੱਚ ਸੈਪਰੇਟ ਪ੍ਰੋਡਕਟਸ ਬਣਾਏ ਜਾਂਦੇ ਨੇ ਅਤੇ ਸੈਪਰੇਟ ਮਾਰਕੀਟਿੰਗ ਪ੍ਰੋਗਰਾਮ ਬਣਾਇਆ ਜਾਂਦਾ ਹੈ ਹਰ ਇੱਕ ਪ੍ਰੋਡਕਟ ਲਈ, ਠੀਕ ਹੈ। ਹੁਣ ਜੇ ਕੰਪਨੀ ਨੇ ਡਿਸਾਈਡ ਕੀਤਾ ਕਿ ਆਪਾਂ 5 ਤਰ੍ਹਾਂ ਦੇ ਸੈਗਮੈਂਟਸ 'ਚ ਜਾਣਾ, ਠੀਕ ਹੈ, ਤਾਂ ਕਿੰਨੇ ਤਰ੍ਹਾਂ ਦੇ ਪ੍ਰੋਡਕਟ ਬਣਨਗੇ? 5 ਤਰ੍ਹਾਂ ਦੇ, ਠੀਕ ਹੈ। ਮਾਰਕੀਟ ਪ੍ਰੋਗਰਾਮ ਵੀ ਕਿੰਨੇ ਤਰ੍ਹਾਂ ਦੇ ਬਣਨਗੇ? 5 ਤਰ੍ਹਾਂ ਦੇ, ਠੀਕ ਹੈ। ਸਾਰਿਆਂ ਲਈ ਟੇਲਰ ਮੇਡ ਹੋਣਗੀਆਂ ਚੀਜ਼ਾਂ, ਟੇਲਰ ਮੇਡ ਮਤਲਬ ਸਾਰਿਆਂ ਲਈ ਅਲੱਗ ਅਲੱਗ ਬਣਾਉਣੀਆਂ ਪੈਣਗੀਆਂ, ਠੀਕ ਹੈ। ਡਿਫਰੈਂਟ ਸੈਗਮੈਂਟਸ ਲਈ ਡਿਫਰੈਂਟ ਚੀਜ਼ਾਂ ਬਣਾਉਣੀਆਂ ਪੈਣਗੀਆਂ। ਹੁਣ ਇਹਦੇ ਵਿੱਚ ਕੀ ਹੋਏਗਾ ਕਿ ਜਦੋਂ ਡਿਫਰੈਂਟ ਪ੍ਰੋਡਕਟਸ ਨੇ ਤਾਂ ਐਡੀਸ਼ਨਲ ਸੇਲ ਹੋਏਗੀ, ਠੀਕ ਹੈ, ਇਨਕਰੀਜ਼ ਕਰੇਗਾ ਪ੍ਰੋਫਿਟ, ਠੀਕ ਹੈ। ਇਹਦੀ ਐਗਜ਼ਾਮਪਲ ਇਹਨਾਂ ਨੇ ਜਿਵੇਂ ਇੱਥੇ ਲਿੱਤੀ ਹੋਈ ਹੈ ਕਿ
एक सीरियल कंपनी है, ठीक है, सीरियल कंपनी पता ना, जो कॉर्नफ्लेक्स वगैरह आते हैं, है ना, सीरियल कंपनी है, ठीक है। वो की करती है, डिफरेंट कस्टमर्स ਨੂੰ टारगेट करती है। ਹੁਣ डिफरेंट कस्टमर्स ਕਿਹੜੇ आ गए, कॉन्शियस अडल्ट आ गए ਜਿਹੜੇ ਆਪਣੇ ਹੈਲਥ ਨੂੰ ਲੈ ਕੇ ਬੜੇ ਕੰਸਰਨ ਹੈ ਕਿ ਮੈਂ ਪਰਾਂਠੇ ਖਾ ਕੇ ਮੋਟਾ ਨਾ ਹੋ ਜਾਵਾਂ, ਠੀਕ ਹੈ। ਫਿਰ ਵਰਕਿੰਗ ਵੂਮੈਨ ਆ ਗਈਆਂ ਜਿਨ੍ਹਾਂ ਨੂੰ ਐਂ ਹੁੰਦਾ ਕਿ ਮੈਨੂੰ એનર્ਜੀ ਜ਼ਿਆਦਾ ਚਾਹੀਦੀ ਹੈ, ਘਰ ਦਾ ਕੰਮ ਵੀ ਕਰਨਾ, ਆਫਿਸ ਦਾ ਕੰਮ ਵੀ ਕਰਨਾ। ਫਿਰ ਟੀਨੇਜਰਸ ਹੋ ਗਏ ਜਿਨ੍ਹਾਂ ਨੂੰ ਟੇਸਟੀ ਚੀਜ਼ਾਂ ਖਾਣੀਆਂ ਪਸੰਦ ਹੁੰਦੀਆਂ ਨੇ, ਰੈਗੂਲਰ ਪਰਾਂਠੇ ਖਾਣੇ ਪਸੰਦ ਨਹੀਂ ਹੁੰਦੇ। ਦੈਨ ਆ ਗਏ ਸਵੀਟ ਟੂਥ ਚਿਲਡਰਨ ਜਿਨ੍ਹਾਂ ਨੂੰ ਮਿੱਠੀਆਂ ਚੀਜ਼ਾਂ ਜ਼ਿਆਦਾ ਅਟਰੈਕਟ ਕਰਦੀਆਂ ਨੇ, ਮਿੱਠਾ ਖਾ ਕੇ ਜ਼ਿਆਦਾ ਖੁਸ਼ ਹੁੰਦੇ ਨੇ, ਠੀਕ ਹੈ। ਹੁਣ ਇਹਨਾਂ 4 ਡਿਫਰੈਂਟ ਗਰੁੱਪਸ ਲਈ 4 ਡਿਫਰੈਂਟ ਤਰ੍ਹਾਂ ਦੇ ਸੀਰੀਅਲਸ ਬਣਾਉਂਦੇ ਨੇ, ਠੀਕ ਹੈ। 4 ਡਿਫਰੈਂਟ ਤਰ੍ਹਾਂ ਦੀ ਪੈਕਿੰਗ ਕਰਦੇ ਨੇ, ਠੀਕ ਹੈ। 4 ਡਿਫਰੈਂਟ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦਿੰਦੇ ਨੇ, ਠੀਕ ਹੈ। 4 ਡਿਫਰੈਂਟ ਤਰ੍ਹਾਂ ਦੀ ਉਹਦੀ ਸੇਲਿੰਗ ਹੁੰਦੀ ਹੈ, ਠੀਕ ਹੈ, ਸੇਲ ਹੁੰਦੀ ਹੈ। ਸੋ ਇਹ ਸਾਰੀ ਚੀਜ਼ਾਂ ਕਿਹਦੇ ਵਿੱਚ ਆ ਗਈਆਂ, ਡਿਫਰੈਂਸ਼ੀਏਟਿਡ ਮਾਰਕੀਟਿੰਗ ਵਿੱਚ ਆ ਗਈਆਂ, ਠੀਕ ਹੈ। ਦੇਖੋ ਜਿਵੇਂ ਇਹਨਾਂ ਨੇ ਡਾਇਗਰਾਮ ਦਿੱਤੀ ਹੋਈ ਨਾ, ਇੱਥੇ ਦੇਖੋ ਅਲੱਗ-ਅਲੱਗ ਤਰ੍ਹਾਂ ਦੀ ਨਾ, ਇੱਥੇ ਹੌਰੀਜ਼ੈਂਟਲ ਲਾਈਨ ਹੈ, ਇੱਥੇ ਵਰਟੀਕਲ ਲਾਈਨ ਹੈ, ਦੈਨ ਪਲੇਨ ਹੈ, ਦੈਨ ਡਾਇਗਨਲ ਲਾਈਨਸ ਹੈ। ਸੋ ਇਹ ਕੀ ਹੈ, 4 ਸੈਗਮੈਂਟਸ ਦੱਸੇ ਹੋਏ ਹੈ, ਠੀਕ ਹੈ, ਕਿ 4 ਤਰ੍ਹਾਂ ਦੇ ਪ੍ਰੋਡਕਟ ਬਣਨਗੇ, ਠੀਕ ਹੈ। ਐਵੇਂ ਹੀ ਜੇ ਆਪਾਂ ਅਨਡਿਫਰੈਂਸ਼ੀਏਟਿਡ ਮਾਰਕੀਟ ਦੀ ਡਾਇਗਰਾਮ ਦੇਖਦੇ ਹਾਂ ਤਾਂ ਉਹਦੇ ਵਿੱਚ ਦੇਖੋ ਸਿੰਗਲ ਇੱਕੋ ਤਰ੍ਹਾਂ ਦੀਆਂ ਲਾਈਨਸ ਹੈ, ਡਾਇਗਨਲ ਲਾਈਨਸ ਹੈ। ਇਹਦਾ ਮਤਲਬ ਕੀ ਹੈ ਕਿ ਇੱਕ ਹੀ ਪ੍ਰੋਡਕਟ ਹੈ, ਠੀਕ ਹੈ, ਸਾਰੇ ਕਸਟਮਰਸ ਨੂੰ ਉਹੀ ਸੇਲ ਕਰਨ ਦਾ ਟਾਰਗੇਟ ਹੈ, ਠੀਕ ਹੈ। ਇਹ ਡਾਇਗਰਾਮ ਦਾ ਇਹ ਮਤਲਬ ਸੀਗਾ। ਸੋ ਨੈਕਸਟ ਇਹਦੇ ਵਿੱਚ ਕੀ ਕਹਿੰਦਾ, ਵੀ ਦੇ ਵਿੱਚ ਨੋਰਮਲੀ ਜਿਹੜੇ ਕਸਟਮਰਸ ਹੁੰਦੇ ਨੇ ਉਹ ਲੋਇਲਟੀ ਡਿਵੈਲਪ ਕਰ ਲੈਂਦੇ ਨੇ, ਠੀਕ ਹੈ। ਜੇ ਇੱਕ ਬ੍ਰਾਂਡ ਖਰੀਦਣ ਲੱਗ ਜਾਂਦੇ ਨੇ ਮੋਸਟਲੀ ਉਹੀ ਬ੍ਰਾਂਡ ਖਰੀਦਦੇ ਨੇ ਅਤੇ ਰਿਪੀਟ ਸੇਲ ਹੁੰਦੀ ਹੈ ਜਿਹਦੇ ਨਾਲ ਕੰਪਨੀ ਨੂੰ ਬਹੁਤ ਫਾਇਦਾ ਹੁੰਦਾ। ਦੈਨ ਇਹਦੇ ਵਿੱਚ ਇਹ ਵੀ ਹੁੰਦਾ, ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਨਾ ਓਵਰ ਦਾ ਟਾਈਮ ਉਹਨਾਂ ਨੇ ਅਨਡਿਫਰੈਂਸ਼ੀਏਟਿਡ ਸਟ੍ਰੈਟਜੀ ਨੂੰ ਛੱਡ ਕੇ, ਜਿਹੜੀ ਆਪਾਂ ਪਹਿਲਾਂ ਡਿਸਕਸ ਕੀਤੀ ਹੈ ਉਹਨੂੰ ਛੱਡ ਕੇ ਕਿਹੜੀ ਸਟ੍ਰੈਟਜੀ ਅਪਣਾ ਲਈ ਹੈ, ਡਿਫਰੈਂਸ਼ੀਏਟਿਡ ਸਟ੍ਰੈਟਜੀ, ਠੀਕ ਹੈ। ਇਹ ਸਟ੍ਰੈਟਜੀ ਕਿਹੜੀ ਹੈ, ਇਹ ਵਾਲੀ ਜਿਹੜੀ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਠੀਕ ਹੈ। ਮਤਲਬ ਕੀ ਹੈ, ਉਹ ਅੱਜ ਦੇ ਟਾਈਮ 'ਚ ਜਿਹੜਾ ਕੰਸੈਪਟ ਚੱਲਦਾ ਉਹ ਇਹ ਚੱਲਦਾ ਕਸਟਮਰ ਓਰੀਐਂਟਡ ਦਾ, ਠੀਕ ਹੈ। ਕਸਟਮਰ ਇਜ਼ ਕਿੰਗ, ਕਿ ਕਸਟਮਰ ਨੂੰ ਜਿਹੜੀ ਚੀਜ਼ ਚਾਹੀਦੀ ਹੈ ਤੁਸੀਂ ਉਹ ਪ੍ਰੋਡਿਊਸ ਕਰੋ। ਜਿਵੇਂ ਉੱਥੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਨਾ ਅਮੈਰੀਕਨ ਕਾਰ ਵਾਲੀ, ਕਿ ਉਹ ਵੱਡੀਆਂ ਗੱਡੀਆਂ ਹੀ ਪ੍ਰੋਡਿਊਸ ਕਰਦੀ ਹੈ, ਠੀਕ ਹੈ। ਹੁਣ ਇੱਥੇ ਉਹ ਕੀ ਕਹਿ ਰਹੇ ਨੇ ਕਿ ਉਹ ਜਿਹੜੀ ਕੰਪਨੀ ਉਹਨੇ ਸਮੋਲ ਕਾਰਸ ਪ੍ਰੋਡਿਊਸ ਕਰਨੀਆਂ ਵੀ ਸ਼ੁਰੂ ਕਰਤੀਆਂ ਨੇ ਤਾਂ ਕਿ ਉਹ ਉਹਨਾਂ ਕਸਟਮਰਸ ਦਾ ਵੀ ਸੇਲ ਲੈ ਸਕੇ ਜਾਂ ਉਹਨਾਂ ਨੂੰ ਵੀ ਸੇਲ ਕਰ ਸਕੇ ਜਿਨ੍ਹਾਂ ਨੂੰ ਸਮੋਲ ਕਾਰਸ ਚਾਹੀਦੀਆਂ ਨੇ, ਠੀਕ ਹੈ। ਇਹਦਾ ਇੱਕ ਹੋਰ ਟੌਪਿਕ ਹੈ ਸਟ੍ਰੈਟਜੀ, ਉਹ ਵੀ ਰਹਿ ਗਿਆ, ਉਹ ਆਪਾਂ ਕੱਲ੍ਹ ਨੂੰ ਕਰ ਲਾਂਗੇ, ਫਿਰ ਲੈਕਚਰ ਬਾਹਲਾ ਲੰਬਾ ਹੋ ਜਾਊਗਾ, ਫਿਰ ਅਪਲੋਡ ਹੋਣ ਨੂੰ ਬਹੁਤ ਟਾਈਮ ਲੈਂਦਾ ਆ। ਚਲੋ ਠੀਕ ਹੈ ਰਾਜੇ, ਬਾਕੀ ਫਿਰ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਓਕੇ।